एक रात पहले आप गा रहे हो पैग मोटे मोटे ला के नहीं तेरे नाल नचन नूं जी करदा है, अगले दिन कहंदे हो गले च पटका पा के नहीं मां तेरे नाल नचन नूं जी करदा है। हुण बच्चे सर्च करनगे जी खान ते भजन सर्च करनगे, पहला की आऊगा पैग मोटे मोटे आऊंगे, फिर वो भजन सुनन जाऊगा कि पहला पैग मोटे मोटे लाउण जाऊगा। मैं जदों कहा कि मैं मुसलमाना दे अगे या पिछे नहीं गाऊंगा ते वो सिर्फ मुसलमाना लई नहीं है, वो हिंदुआं वास्ते भी है। ਉਹ ਕਮਲਿਆ ਉਦੋਂ ਦਾ ਤੂੰ ਜੰਮਿਆ ਵੀ ਨਹੀਂ ਸੀ ਜਦੋਂ ਦੇ ਅਸੀਂ ਗਾ ਰਹੇ ਹਾਂ। ਜਿਹੜੇ ਰੱਬ ਵਾਸਤੇ, ਰੱਬ ਦੇ ਨਾਂ ਤੇ ਰੋਟੀ ਤਾਂ ਚਾਹੀਦੀ ਆਪਾਂ ਨੂੰ, ਰੱਬ ਦੇ ਨਾਂ ਤੇ ਪੈਸਾ ਤਾਂ ਚਾਹੀਦਾ ਹੈ, ਪਰ ਰੱਬ ਦੇ ਵਾਸਤੇ ਆਪਾਂ ਕੁਝ ਨਹੀਂ ਕਰਨਾ। ਜਿਹੜਾ ਬੰਦਾ ਮੰਦਿਰਾਂ ਵਾਸਤੇ ਨਹੀਂ ਬੋਲ ਸਕਦਾ, ਜਿਹੜਾ ਬੰਦਾ ਅਯੁੱਧਿਆ ਰਾਮ ਮੰਦਿਰ ਵਾਸਤੇ ਨਹੀਂ ਬੋਲ ਸਕਦਾ, ਉਹ ਰਾਮ ਦਾ ਭਜਨ ਕੀ ਕਰੂਗਾ? ਉਹਨੂੰ ਇਹ ਗੱਲ ਵੀ ਤਾਂ ਹੋਈ ਕਿਉਂਕਿ ਉੱਥੇ ਤੁਸੀਂ ਟਿਪੀਕਲ ਨਾ ਖਾਨ ਦਾ ਜ਼ਿਕਰ ਕੀਤਾ। पंजाब में भी एक जागरण था, पहला कलाकार मास्टर सलीम, दूसरा कलाकार जी खान, तीसरा कलाकार खान साहब, चौथा कलाकार कमल खान। कराओ जागरण। ਇੱਕ ਜਗਰਾਤਾ ਹੈ ਜਿਹੜਾ 9 ਵਜੇ ਸ਼ੁਰੂ ਹੁੰਦਾ ਤੇ ਸਵੇਰੇ 5 ਵਜੇ 4:30 ਵਜੇ ਖਤਮ ਹੁੰਦਾ। ਇੱਕ ਕਲਾਕਾਰ 2 ਘੰਟੇ ਤੱਕ ਗਾਊਗਾ ਜਾਂ ਨਹੀਂ ਗਾਊਗਾ? 9 ਵਜੇ ਤੋਂ ਲੈ ਕੇ 5 ਵਜੇ ਤੱਕ 8 ਘੰਟੇ ਹੁੰਦੇ ਨੇ। 8 ਘੰਟੇ ਵਿੱਚ ਜੇ 4 ਕਲਾਕਾਰ ਉਹ ਜਾਗਰਣ 'ਚ ਬੁੱਕ ਕੀਤੇ ਨੇ, ਜੀ ਖਾਨ, ਖਾਨ ਸਾਹਿਬ, ਕਮਲ ਖਾਨ ਤੇ ਮਾਸਟਰ ਸਲੀਮ, ਕਦੋਂ ਉਹਦੀ ਤਾਰਾ ਰਾਣੀ ਹੋਊਗੀ ਉਹਨੂੰ 1.5 ਘੰਟਾ ਚਾਹੀਦਾ ਹੈ, ਤੇ ਕਦੋਂ ਉਹਦਾ ਹਵਾਨ ਹੋਊਗਾ ਉਹਨੂੰ 1 ਘੰਟਾ ਚਾਹੀਦਾ। ਇਹ 2.5 ਘੰਟੇ ਕਿੱਥੇ ਗਏ? ਜੇ ਭਜਨ ਸਿੱਖਦੇ ਨੇ ਫਿਰ ਤਾਰਾ ਰਾਣੀ ਵੀ ਸਿੱਖਣ ਤੇ ਹਵਾਨ ਵੀ ਸਿੱਖ ਲੈਣ, ਉਹਦੇ 'ਚ ਕੀ ਕਰਾ ਲੈਣਗੇ? ਅਸੀਂ ਹਿੰਦੂ ਇੰਨੇ ਦਲੇਰ ਸ਼ੁਰੂ ਤੋਂ ਰਹੇ ਹਾਂ। ਸਾਡੇ ਭਾਈ ਸਾਹਿਬ ਕਹਿੰਦੇ ਕਿ ਜਿੱਥੇ ਮੁਸਲਮਾਨ ਗਾਉਣ ਜਾਣਗੇ ਮਾਤਾ ਦਾ ਜਗਰਾਤਾ ਜਾਂ ਭਜਨ, ਮੈਂ ਵਹਾਂ ਨਹੀਂ ਜਾਊਂਗਾ, ਨਾ ਆਗੇ ਨਾ ਪਿੱਛੇ। ਅਸੀਂ ਅੱਲਾ, ਮੁਹੰਮਦ, ਰਾਮ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ਼੍ਰੀ ਰਾਮਚੰਦਰ ਜੀ ਮਹਾਰਾਜ, ਅਸੀਂ ਸਾਰਿਆਂ ਨੂੰ ਹੀ ਮੰਨਦੇ ਹਾਂ। ਸਾਡੇ ਦਿਲ ਵਿੱਚ ਸਾਰਿਆਂ ਲਈ ਬਹੁਤ ਜਗ੍ਹਾ ਹੈ ਤੇ ਤੇਰੀ ਬੜੀ ਮਿਹਰਬਾਨੀ, ਤੂੰ ਆਪਣਾ ਗਾ ਵਜਾ, ਲੋਕਾਂ ਦਾ ਮਨ ਨਾ ਭੜਕਾ। ਤੇ ਜਿਹੜੇ ਲੋਕੀ ਸੋਚਦੇ ਨੇ ਮੈਂ ਹਿੰਦੂ ਮੁਸਲਿਮ ਕਰ ਰਿਹਾ ਤਾਂ ਫਿਰ ਉਹਨਾਂ ਨੂੰ ਸਮਝਣ ਦੀ ਲੋੜ ਹੈ। ਇੱਕ ਬੰਦਾ ਕਹਿੰਦਾ ਮੈਂ ਨਾਮ ਨਹੀਂ ਲਊਂਗਾ, ਕਹਿੰਦਾ ਆਪਾਂ ਥੱਲੇ ਲੜੀ ਜਾਂਦੇ ਆ, ਉੱਪਰ ਅੱਲਾ, ਵਾਹਿਗੁਰੂ, ਜੀਸਸ ਤੇ ਮਾਤਾ ਰਾਣੀ ਇੱਕ ਇਕੱਠੇ ਬਹਿ ਕੇ ਰੋਟੀ ਖਾ ਰਹੇ ਨੇ। ਕਿੱਦਾਂ ਖਾ ਸਕਦੇ ਦੱਸੋ? ਮਾਤਾ ਰਾਣੀ ਵੈਸ਼ਨੂ ਹੈ ਤੇ ਈਦ ਦੇ ਵੇਲੇ ਬੱਕਰਾ ਖਾਇਆ ਜਾਂਦਾ ਹੈ, ਕਿੱਦਾਂ ਵੈਸ਼ਨੂ ਦੇਵੀ ਖਾ ਲੂਗੀ ਨਾਲ? ਇਹ ਸਮਝਣ ਦੀ ਗੱਲ ਹੈ, ਇਹ ਸ਼ਾਸਤਰਾਰਥ ਗੱਲ ਹੈ। ਹੁਣ ਇਹਨੂੰ ਵੀ ਲੈ ਕੇ ਜੇ ਆਪਾਂ ਕਹੀਏ ਕਿ ਵੀ ਹਿੰਦੂ ਮੁਸਲਮਾਨ ਹੋ ਗਿਆ ਤਾਂ ਇਹ ਗੱਲ ਥੋੜੀ ਨਾ। ਮੈਂ ਗੱਲ ਕਰ ਰਿਹਾ ਪੂਜਾ ਪद्धति ਦੀ, ਉਹ ਗੱਲ ਕਰ ਰਹੇ ਨੇ ਹਿੰਦੂ ਮੁਸਲਿਮ ਪਾੜ ਪਾਉਣ ਦੀ। ਪਾਠੀ ਸਾਹਿਬ ਨੇ ਦਰਬਾਰ ਸਾਹਿਬ 'ਚ ਗਾਇਆ ਕ੍ਰਿਸ਼ਨਾ ਤੇਰੀ ਮੁਰਲੀ ਤੇ ਪੱਲਾ ਕੌਣ ਨਹੀਂ ਨੂੰ, ਕਿ ਉਹ ਸਸਪੈਂਡ ਨਹੀਂ ਹੋਏ? ਉਹਨਾਂ ਸਸਪੈਂਡ ਕੀਤਾ ਨਾ, ਪਰ ਬਾਹਰ ਗੁਰਦੁਆਰੇ ਤੋਂ ਜਦੋਂ ਬਾਹਰ ਆਏ ਤਾਂ ਸਾਡੀ ਵਿਚਾਰਧਾਰਾ ਇੱਕ ਹੈ ਕਿ ਪ੍ਰਮਾਤਮਾ ਇੱਕ ਹੈ, ਪਰ ਉਹ ਸਿਸਟਮ ਹੈ ਦਰਬਾਰ ਸਾਹਿਬ ਦਾ। ਲਾਈਵ ਹੋ ਕੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸ਼ਾਇਦ ਯਾਰ ਫੇਮ ਲੈਣ ਦੇ ਬਹਾਨੇ ਕਰ ਰਹੇ ਆ ਜਾਂ ਇਹਨਾਂ ਨੂੰ ਫੇਮ ਚਾਹੀਦਾ ਆ। ਫੇਮ ਦੀ ਗੱਲ ਹੁੰਦੀ ਫਿਰ ਤਾਂ ਮੈਂ ਪੰਗੇ ਨਹੀਂ ਲੈਣੇ ਸੀ, ਮੇਰਾ ਕੰਮ ਤਾਂ ਸਿੱਧਾ ਚੱਲ ਰਿਹਾ ਹੈ ਤੇ ਹਜੇ ਵੀ ਮੈਂ ਪੰਗਾ नहीं लिया है। मैं शुरू तो सनातन की गल करता हाँ, तो वैष्णो देवी में क्यों नहीं बुलाते सबको? अगर इतना अच्छा गाते हैं, इतना माता का गुणगान करते तो वैष्णो देवी दरबार क्यों नहीं बुलाता? अब गणेश उत्सव हुआ लुधियाना में, वहाँ गा दिया चोली के पीछे क्या है? व्हाट इज दिस हैपनिंग इन दिस? मतलब हिंदुओं का ही जो कार्यक्रम है वो ही पहले बोल दो फिर सॉरी मांग लो। ਤੁਸੀਂ ਲਾਈਵ 'ਚ ਗੱਲ ਕਹੀ कि कट्टर हिंदू का मतलब ये नहीं होता कि उल्टा सीधा बोलो। कट्टर हिंदू का मतलब ये होता है कि सब धर्मों का सम्मान करो और अपने देश की सुरक्षा करो। पूरे देश में पहला ये देश है जहाँ पर हिंदू, मुस्लिम, सिख, ईसाई सब मिलकर रहते हैं, सब बराबर हैं, कोई फ़र्क नहीं। अभी एक मेरे पास मैं आपको वीडियो दिखाता हूँ, उसमें कहा जा रहा है कि चिंतपूर्णी माता के दरबार में मैं गया और वहाँ चिंतपूर्णी माता का पुजारी, मेन पुजारी ये पूछता है कि माता तो ठीक है चिंतपूर्णी, मेरे बापू का हाल दस की है। तो उससे सामने वाला कलाकार पूछता है बापू कौन? कह जी लाल बादशाह। बापू लाल बादशाह जी को मानने वाले लोग होंगे, हर कोई है, कहीं ना कहीं हम भी श्रद्धा रखते हैं, लेकिन इसका मतलब ये थोड़ी ना कि हम चिंतपूर्णी की पिंडी के बगल में बापू लाल बादशाह जी की तस्वीर रख देंगे। हिंदू मुस्लिम सिख ईसाई सबने ये सहमति जताई, हमको भारत में रहने दो, भारत को भारत रहने दो। फिरोज खान जी का भी ये बयान आया कि पता नहीं कौन है ਜਿਹੜੀ ਐਗਜ਼ੈਕਟਲੀ ਉਹਨਾਂ ਨੇ ਗੱਲ ਕਹੀ ਹੈ ਕਿ ਪਤਾ ਨਹੀਂ ਉਹ ਬੱਚਾ ਜਿਹਾ ਹੈਗਾ ਵੀ ਉਹਨੂੰ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਦਾ, ਵੀ ਅਸੀਂ ਉਹ ਜਦੋਂ ਛੋਟਾ ਸੀਗਾ ਨਾ ਅਸੀਂ ਤਦ ਦੇ ਗਾ ਰਹੇ ਹਾਂ ਤੇ ਹਾਂ ਨਹੀਂ ਜਦੋਂ ਅਸੀਂ ਜੰਮੇ ਨਹੀਂ ਸੀ ਅਸੀਂ ਤਦ ਦੇ ਗਾ ਰਹੇ ਹਾਂ ਤੇ ਸਾਨੂੰ ਕੌਣ ਹੁੰਦਾ ਹੈ ਦੱਸਣ ਵਾਲਾ ਵੀ ਉਹਨੂੰ ਕਹੋ ਵੀ ਆਪਣਾ ਕੰਮ ਕਰੇ ਜਾਂ ਕੁਛ। ਉਹਨਾਂ ਵੱਲੋਂ ਇਹ ਗੱਲਾਂ ਆਈਆਂ। ਉਹ ਉਸ ਟਾਈਮ ਕਿੱਥੇ ਸੀਗੇ
ਜਦੋਂ ਪਾਠੀ ਸਾਹਿਬ ਸਸਪੈਂਡ ਹੋਈ ਸੀ, ਕ੍ਰਿਸ਼ਨਾ ਤੇਰੀ ਮੁਰਲੀ ਤੇ, ਇਹ ਕਿਹਨੇ ਗਾਇਆ? ਉਹਨਾਂ ਨੇ ਗਾਇਆ ਸੀ ਨਾ। ਜਿਨ੍ਹਾਂ ਨੇ ਕ੍ਰਿਸ਼ਨਾ ਲਿਖਿਆ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਉਹਨਾਂ ਦਾ ਨਾਮ ਹੀ ਲਾਲ ਦੀਨ। ਅਸੀਂ ਲਾਲ ਅਠੌਲੀ ਵਾਲਾ ਕਹਿ ਦਿੰਦੇ ਆ, ਲਾਲ ਦੀਨ ਉਹਨਾਂ ਦਾ ਨਾਮ ਹੈ ਪੂਰਾ। ਤੇ ਗਾਉਣ ਵਾਲਾ ਕੌਣ ਹੈ? ਤੁਹਾਡਾ ਭਰਾ ਫਿਰੋਜ਼ ਖਾਨ। ਉਹ ਡਰੇ ਹੋਏ ਨੇ ਯਾਰ, ਹਿੰਦੂ ਸਾਨੂੰ ਬੁਲਾਉਣਾ ਛੱਡ ਜਾਣਗੇ, ਸਾਡਾ कार्यक्रम कितना होगा। बट किसी आदमी ने सुखा सुखी है, सुखना सुखी है कि मेरे बच्चा होगा तो मैं जागरण कराऊंगा, तो उस सुखना के अंदर कतई नहीं हो सकता है। उसके अंदर तो सनातन पद्धति काम करेगी, तभी उसकी सुखना पूरी होगी। ये मैं हिंदुओं से कह रहा हूँ। ਕਈ ਵਾਰ ਐਦਾਂ ਹੁੰਦਾ ਕਿ ਜਦੋਂ ਪਿੱਛੇ ਕੋਈ ਤਗੜੇ ਬੰਦੇ ਦਾ ਹੱਥ ਹੁੰਦਾ ਨਾ ਤੇ ਬੰਦਾ ਤਾਂ ਹੀ ਪੰਗਾ ਲੈਂਦਾ। ਤਗੜੇ ਬੰਦੇ ਕੌਣ ਸੇ? ਕਹਿੰਦੇ ਸ਼ਾਇਦ ਬੀਜੇਪੀ ਦੀ ਸਪੋਰਟ ਹੈਗੀ ਇਹਨਾਂ ਨੂੰ। क्या करेगी सपोर्ट में, बताओ बीजेपी? अगर मान लो है भी, क्या करेगी? जब बंदा मरता है तो राम जी आते हैं सपोर्ट देने, राम नाम सत्य है। ਕਿ ਇਸ ਚੀਜ਼ ਦਾ ਬੈਨੀਫਿਟ ਕਹਿੰਦੇ ਵੋਟਾਂ ਵੇਲੇ ਬੜਾ ਹੁੰਦਾ ਹੈ। ਕਿਉਂਕਿ ਜਦੋਂ ਵੀ ਕੋਈ ਕਲਾਕਾਰ ਸਪੋਜ਼ ਕਰੋ ਪਰਫਾਰਮ ਕਰਦਾ, ਭਾਵੇਂ ਭਜਨ ਤੇ ਕਰਦਾ, ਭਾਵੇਂ ਕੋਈ ਲਾਈਵ ਸ਼ੋਅ 'ਚ ਪਰਫਾਰਮ ਕਰਦਾ ਹੈ, ਜਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਹੈ ਉਸ ਪਾਰਟੀ ਨੂੰ ਸ਼ਾਇਦ ਉਹ ਕਿਤੇ ਨਾ ਕਿਤੇ ਇਨਡਾਇਰੈਕਟ ਆਪਣੀ ਆਡੀਅנס ਅੱਗੇ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਪਹੁੰਚਾਉਂਦਾ ਹੈਗਾ। अब हमारे योगी जी गुरु हैं, तो हम योगी जी का नाम लेकर चढ़ते हैं मंच पे, याद करते हैं उनको। राम जब मर्यादा निभाने आते हैं तो 14 बरस का वनवास सिंहासन को छोड़ के चले जाते हैं। राम जब बजरंगी जैसे भक्त को पाते हैं तो उसको कभी भाई मानते हैं, कभी मित्र मानते हैं। राम जब मर्यादा की बात पे आते हैं तो सीता को भी अग्नि परीक्षा देकर ही स्वीकार करते हैं। राम वो हैं जो 500 सालों तक तंबू में बैठे रहे। जब आप स्पिरिचुअल होते हैं ना तो एक कहानी जुड़ी होती है कि भाई हमसे कोई ऐसा पाप ना हो जाए कि जब हम अपने भगवान के आगे शर्मिंदा हों। हमें गलतियों के हम हैं पुतले, गलतियों का जोर है, संभाल कर रखना ठाकुर, दास तेरा बड़ा कमज़ोर है। जवानी में हर बच्चा कुछ ना कुछ ऐसी गलती कर देता है। वो पल ज़रूर आया कि जब मुझसे कुछ ऐसी गलती हुई कि जिसको उनकी तरफ से गलती नहीं थी, लेकिन मैं समझता हूँ कि मेरी तरफ से वो गलती थी। झुग्गी झोपड़ियों में भी जाता हूँ ताकि लोगों को ये ना लगे कि भगवान सिर्फ अमीरों का है। जब झुग्गी झोपड़ी में हम लोग जाएंगे तो उनको भी महसूस होगा कि भगवान सबका है। जब तक सांसें चलेंगी हिंदू जगाता रहूँगा, सेवा मुझे दी राम ने, सेवा मैं करूँगा। पर मैं देखिया कि सालासर धाम 2 3 4 ਸਾਲ ਤੋਂ ਲੋਕਾਂ ਨੇ ਬਹੁਤ ਜਾਣਾ ਸ਼ੁਰੂ ਕੀਤਾ ਹੈ। ਖਾਟੂ ਸ਼ਾਮ ਜੀ ਨੂੰ ਵਰਦਾਨ ਹੈਗਾ, ਜਿੱਦਾਂ ਕਲਯੁਗ ਵਧੂਗਾ ਉਦਾਂ ਉਹਨਾਂ ਦਾ ਨਾਂ ਚੱਲਣਾ ਹੈ। ਇਹ ਜਿਹੜੇ ਪ੍ਰਚਾਰ ਹੋ ਰਿਹਾ ਹੈ ਖਾਟੂ ਸ਼ਾਮ ਜੀ ਦਾ, ਸਾਰੇ ਲੋਕੀ ਲੱਗੇ ਹੋਏ ਨੇ, ਬਾਬਾ ਦਾ ਪ੍ਰਚਾਰ ਕਰ ਰਹੇ ਨੇ। ਤੁਸੀਂ ਆਪ ਵੀ ਫੀਲ ਕੀਤੀ ਹੈ? ਹਾਂ, ਇਹ ਤਾਂ ਹੈ ਹੀ, ਇਹਦੇ 'ਚ ਕੀ ਹੈ ਤੇ ਵਧੀਆ ਗੱਲ ਹੈ। ਅਸੀਂ 97 'ਚ ਇੱਥੇ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਚੰਡੀਗੜ੍ਹ ਹੋਈ ਸੀ। ਉਹ ਟਾਈਮ 2 ਪਰਿਵਾਰ ਹੁੰਦੇ ਸੀ, ਸਾਡਾ ਤਾਂ ਇੱਕ ਹੋਰ ਪਰਿਵਾਰ, 4 ਬੰਦੇ ਬਹਿ ਕੇ 97 ਦੀ ਗੱਲ ਹੈ। ਹਾਂ ਯੈਸ, 4 ਬੰਦੇ ਬਹਿ ਕੇ ਭਜਨ ਕਰਦੇ ਸੀ ਤੇ ਅਸੀਂ ਲੱਭਦੇ ਸੀ ਕਿ ਕੋਈ ਬੰਦਾ ਆ ਜਾਵੇ ਤੇ ਭਜਨ ਸੁਣ ਜਗੇ। ਮੈਂ ਪਹਿਲਾਂ ਹੀ ਪੇਮੈਂਟ ਲੱਖ ਰੁਪਏ ਲਈ, ਉਹ ਇਹਦੇ ਵਾਸਤੇ ਲਈ ਨਾ ਤਾਂ ਕੋਈ ਦਊਗਾ ਨਾ ਆਪਾਂ ਜਾਵਾਂਗੇ, ਆਪਾਂ ਨੂੰ ਕੌਣ ਜਾਣਦਾ। मैं आज बहुत बड़ी बात कर रहा हूँ और सच कह रहा हूँ, मैं इतने पैसे इसलिए लेता हूँ कि कोई मुझे बुलाए ना, तो मुझे पैसे का कोई वो नहीं है। मैं पहले भी भगवान की कृपा से पैसे वाला ही था, पैसे वाले बहुत हैं। ਬਾਣੀਏ ਦੇ ਬੱਚੇ ਅਸੀਂ ਹੈ। ਮੈਂ 1 ਰੁਪਏ 'ਚ ਲੋਕਾਂ ਨੂੰ ਭੋਜਨ ਕਰਾਉਣ ਦੀ ਤਿਆਰੀ ਕਰਾ ਰਿਹਾ 24 ਘੰटे अपने शहर 'ਚ। 1 रुपये में खाना खिलाऊंगा। कोई बच्चा पढ़ता होगा, मैं 6000 घर अडॉप्ट करूँगा। जिस उन घरों के अंदर कोई बच्चा पढ़ना चाहता हो ਉਹਨੂੰ ਪੜ੍ਹਾਉਣ ਵਾਸਤੇ ਮੈਂ ਲੱਗਾਂਗਾ। ਗੱਲ ਹੋਈ ਹੈ ਕਿ ਇਹ ਰੱਬ ਕਰਾਉਂਦਾ, ਜਦੋਂ ਰੱਬ ਹੀ ਕਰਾਉਂਦਾ ਤਾਂ ਸਲਾਮਾਂ ਹੁੰਦੀਆਂ। ਭਜਨ ਦੇ ਨਾਲ ਮੜ ਜਾ ਗੀਤਾਂ ਵਾਲੀ ਥੋੜਾ ਧਿਆਨ ਜਾਂ ਠੀਕ ਠਾਕ ਹੈ। ਤੇ 2-3 गाने सुनता हूँ, ऐसे ही सुनता हूँ, साडा ही नाम लेके अखबारां छपदियां। ਇਹ ਗੱਲ ਕਿਤੇ ਸੱਚ ਵੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਬਈ ਜਿੱਥੇ ਤੁਸੀਂ ਸਾਡੇ ਸਾਡੇ ਇੰਟਰਵਿਊ ਸਾਡੇ ਚੈਨਲ ਤੇ ਕਲਾਕਾਰਾਂ ਨੂੰ ਦੇਖਦੇ ਹੋ, ਉੱਥੇ ਹੀ ਸਾਡੇ ਵਿਚਕਾਰ ਇੱਕ ਐਸੇ ਕਲਾਕਾਰ ਮੌਜੂਦ ਨੇ ਜਿਹੜੇ ਕਿ ਡਿਵੋਸ਼ਨਲ ਸਿੰਗਰ ਨੇ। ਪੂਰੇ ਪੰਜਾਬ 'ਚ, ਇਨਫੈਕਟ ਪੂਰੀ ਦੁਨੀਆ ਦੇ ਇਹਨਾਂ ਦੇ ਬੜੇ ਚਰਚੇ ਨੇ ਜੀ। ਇਹਨਾਂ ਦੇ ਜਾਗਰਣ ਦੇ, ਇਹਨਾਂ ਦੀ ਜੋ ਗੱਲਾਂ ਇਹ ਕਰਦੇ ਨੇ, ਉਹਨਾਂ ਦੇ ਚਰਚੇ ਨੇ। ਅਤੇ ਗੱਲਾਂ ਵਿੱਚੋਂ ਕੋਈ ਗੱਲ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ, ਉਹ ਵੀ ਇੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਹੈ। ਪਰ ਫਿਲਹਾਲ ਇਹ ਖਾਟੂ ਸ਼ਾਮ ਜੀ ਦੇ ਦੀਵਾਨੇ ਨੇ, ਰਾਮ ਜੀ ਦੇ ਦੀਵਾਨੇ ਨੇ। ਸਵਾਗਤ ਕਰ ਲੈਂਦੇ ਹਾਂ ਜੀ ਸਾਡੇ ਅੱਜ ਦੇ ਗੈਸਟ
ਕਨਈਆ ਮਿੱਤਲ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਜੈ ਸਿਆ ਰਾਮ, ਜੈ ਸ਼੍ਰੀ ਸ਼ਾਮ। ਠੀਕ ਹੋ? ਮੈਂ ਬਹੁਤ ਵਧੀਆ ਜੀ। ਠੀਕ ਹੈ ਜੀ। ਕਿਵੇਂ ਚੱਲ ਰਹੇ ਨੇ ਜੀ ਕਨਈਆ ਜੀ ਅੱਜ ਕੱਲ੍ਹ ਦਿਨ ਤੁਹਾਡੇ? ਕਿਵੇਂ ਚੱਲ ਰਹੀਆਂ ਨੇ ਰਾਤਾਂ ਤੇ ਕਿਵੇਂ ਚੱਲ ਰਹੀਆਂ ਨੇ ਤੁਹਾਡੀਆਂ ਸਵੇਰਾਂ? ਤੇ ਸ਼ਾਂਤੀ ਹੈ ਜ਼ਿੰਦਗੀ 'ਚ ਜਾਂ? ਕਿਉਂਕਿ ਜਦੋਂ ਕੋਈ ਇਨਸਾਨ ਚਰਚਾ 'ਚ ਆਉਂਦਾ ਨਾ ਤਾਂ ਸਪੈਸ਼ਲੀ ਇਹ ਪੁੱਛਣਾ ਬਿਲਕੁਲ ਬਣਦਾ ਹੈ ਨਾ ਵੀ ਚਲੋ ਕਈ ਵਾਰ ਨਾ ਜ਼ਿੰਦਗੀ ਦੇ ਬੜੇ ਉਤਾਰ ਚੜਾਵੇ ਇਹੋ ਜਿਹੇ ਆ ਜਾਂਦੇ ਨੇ ਕਿ ਚਲੋ ਜਦੋਂ ਬੰਦਾ ਸੋਚਦਾ ਹੁੰਦਾ ਕਿ ਯਾਰ ਕੀ ਸੀ ਤੇ ਕੀ ਹੋ ਰਿਹਾ ਤੇ ਕੀ ਚੱਲ ਰਿਹਾ ਤੇ ਕੀ ਹੋਏਗਾ। ਤੇ ਪਹਿਲਾਂ ਇਹ ਦੱਸੋ ਵੀ ਕਿਵੇਂ ਨੇ ਦਿਨ ਅੱਜ ਕੱਲ੍ਹ ਦੇ? ਪਿਛਲੇ ਕਈ ਸਾਲਾਂ ਤੋਂ ਦਿਨ ਤਾਂ ਦੇਖੇ ਹੀ ਨਹੀਂ। ਅੱਛਾ। ਤੇ ਰਾਤ ਵੀ ਜਿਹੜੀ ਹੈ ਦਿਨ ਵਰਗੀ ਦਿਖਦੀ ਹੈ। ਤੇ ਲੋਕਾਂ ਦਾ ਇੰਨਾ ਪਿਆਰ, ਇੰਨਾ ਹਜੂਮ, ਇੰਨਾ ਇਕੱਠ ਤੇ ਸੱਚਾਈ ਦੀ ਰਾਹ ਵੱਲ। ਤੇ ਨਾਲੇ ਜਿਹੜਾ ਨਸ਼ਾ ਪਰਮਾਤਮਾ ਦੇ ਨਾਮ ਦਾ ਹੈ ਉਹਦੇ ਵਰਗਾ ਨਸ਼ਾ ਕੋਈ ਨਹੀਂ ਹੈ। ਤੇ ਜਦੋਂ ਲੋਕੀ ਉਹ ਭਜਨਾਂ 'ਚ ਨੌਜਵਾਨ ਭਾਵੇਂ ਪੰਜਾਬ ਦੇ ਹੋਣ, ਹਰਿਆਣੇ ਦੇ ਜਾਂ ਪੂਰੇ ਵਿਸ਼ਵ 'ਚ ਕਿਤੇ ਵੀ ਅਸੀਂ ਜਿੱਥੇ ਵੀ ਜਾਈਏ ਉੱਥੇ ਸਾਰੇ ਰਮੇ ਹੋਏ ਮਿਲਦੇ ਨੇ ਪਰਮਾਤਮਾ ਦੇ ਨਾਂ 'ਤੇ। ਅਤੇ ਇੱਦਾਂ ਲੱਗਦਾ ਕਿ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਜੇ ਅਸੀਂ ਨਹੀਂ ਸੋ ਪਾ ਰਹੇ ਹਾਂ, ਜੇ ਅਸੀਂ ਦਿਨ ਨਹੀਂ ਦੇਖ ਪਾ ਰਹੇ ਹਾਂ, ਜੇ ਅਸੀਂ ਰਾਤ ਨਹੀਂ ਦੇਖ ਪਾ ਰਹੇ ਹਾਂ ਤਾਂ ਘੱਟੋ ਘੱਟ ਦੁਨੀਆ ਤਾਂ ਉਹ ਚੀਜ਼ ਖੁਸ਼ ਹੋ ਕੇ ਮਹਿਸੂਸ ਕਰ ਰਹੀ ਹੈ ਨਾ, ਜਿਹੜਾ ਕਿ ਭਜਨਾਂ ਦੇ ਨਾਲ ਪੋਜ਼ੀਟਿਵਿਟੀ ਲੈ ਕੇ ਆਪਣਾ ਦਿਨ ਸ਼ੁਰੂ ਕਰਦੀ ਹੈ। ਆਪਣੀ ਰਾਤ ਨੂੰ ਜੇ ਨੀਂਦ ਨਹੀਂ ਆਉਂਦੀ, ਟੈਨਸ਼ਨ ਹੈ ਤਾਂ ਭਜਨ ਚਲਾ ਲੇ। ਰਸੋਈ 'ਚ ਖਾਣਾ ਬਣਾ ਰਹੀਆਂ ਨੇ ਭੈਣਾਂ ਸਾਡੀਆਂ ਅਤੇ ਉਹ ਖਾਣਾ ਬਣਾਉਂਦੀਆਂ ਵੀ ਭਜਨ ਚਲਾਉਂਦੀਆਂ ਨੇ। ਤਾਂ ਉਹ ਇੱਕ ਆਪਣੇ ਮੇਰੇ ਲਈ ਉਹ ਬਹੁਤ ਬੈਸਟ ਫੀਲਿੰਗ ਹੁੰਦੀ ਹੈ ਜਦੋਂ ਸਾਹਮਣੇ ਸਾਡਾ ਭਜਨ ਚੱਲਦਾ ਹੁੰਦਾ। ਕਿਤੇ ਕਿਤੇ ਕਿੰਨੇ ਮੰਗਤੇ ਜਿਹੜੇ ਭਿਖਾਰੀ ਜਿਹੜੇ ਰਸਤਿਆਂ 'ਚ ਭੀਖ ਮੰਗਦੇ ਹੁੰਦੇ ਉਹ ਵੀ ਭਜਨ ਗਾ ਰਹੇ ਹੁੰਦੇ। ਉਹ ਕੋਈ ਥਾਲੀ ਵਜਾ ਕੇ, ਕੋਈ ਡਫਲੀ ਵਜਾ ਕੇ। ਅਤੇ ਸਾਨੂੰ ਲੱਗਦਾ ਹੈ ਅਸਲੀਅਤ ਤਾਂ ਆਈ ਹੈਗੀ, ਅਸੀਂ ਸਾਰੇ ਰੱਬ ਦੇ ਅੱਗੇ ਭਿਖਾਰੀ ਹੈਗੇ ਹਾਂ। ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਬਾਕੀ ਲਾਈਫ ਵਧੀਆ ਚੱਲ ਰਹੀ ਹੈ, ਲੋਕਾਂ ਦਾ ਪਿਆਰ ਹੈ ਉਹ ਬਣਿਆ ਰਹੇ। ਕਹਿਣ ਦਾ ਮਤਲਬ ਚੰਗੀ ਜਗ੍ਹਾ ਵਿਅਸਤ? ਹਾਂ, ਚੰਗੀ ਜਗ੍ਹਾ ਵਿਅਸਤ ਵੀ ਹੈਗਾ ਤੇ ਜਦੋਂ ਫੈਮਿਲੀ ਵੱਲ ਦੇਖਦਾ ਤਾਂ ਅਸਤ ਵਿਅਸਤ ਹੈਗਾ। ਠੀਕ ਹੈ। ਐਂਡ ਕਨਈਆ ਜੀ ਅੱਜ ਕੱਲ੍ਹ ਨਾ ਬੜੇ ਚਰਚੇ ਨੇ, ਮਤਲਬ ਕਿਉਂਕਿ ਨਾ ਜਦੋਂ ਕੋਈ ਅਸੀਂ ਕਿਤੇ ਅਗਰ ਅਸੀਂ ਪਰਫੋਰਮ ਕਰ ਰਹੇ ਹਾਂ ਹੈ ਨਾ, ਤੁਸੀਂ ਜਿਵੇਂ ਜਾਗਰਣ 'ਤੇ ਪਰਫੋਰਮ ਕਰਦੇ ਹੋ, ਹੈ ਤਾਂ ਸਾਡੀ ਪਰਫੋਰਮੈਂਸ ਹੀ ਐਟ ਦਾ ਐਂਡ, ਭਾਵੇਂ ਭਜਨ ਗਾ ਰਹੇ ਹਾਂ, ਗੀਤ ਗਾ ਰਹੇ ਹਾਂ, ਕੁਛ ਵੀ ਗਾ ਰਹੇ ਹਾਂ, ਪਰਫੋਰਮ ਕਰਦੇ ਨੇ ਤਾਂ ਪਰਫੋਰਮ ਕਰਦੇ ਕਰਦੇ ਸਾਡੇ ਜ਼ਿਹਨ 'ਚ ਬੜੀਆਂ ਗੱਲਾਂ ਆਉਂਦੀਆਂ ਨੇ ਜਿਹੜੀ ਕਿ ਅਸੀਂ ਆਪਣੇ ਲੋਕਾਂ ਅੱਗੇ ਆਪਣਾ ਸਮਝ ਕੇ ਕਰਦੇ ਹਾਂ। ਅਤੇ ਉਹਨਾਂ ਗੱਲਾਂ ਵਿੱਚੋਂ ਹੀ ਜਦੋਂ ਕੋਈ ਗੱਲ ਐਸੀ ਚੱਕੀ ਜਾਂਦੀ ਹੈ, ਐਸੀ ਬੋਲੀ ਜਾਂਦੀ ਹੈ ਜਿਹੜੀ ਕਿ ਇੱਕਦਮ ਲਾਈਮਲਾਈਟ 'ਚ ਲਿਆ ਦਿੰਦੀ ਹੈ, ਚਰਚਾ ਹੋਣ ਲੱਗ ਜਾਂਦੀ ਹੈ ਵੀ ਯਾਰ ਇਹ ਕੀ ਹੋ ਗਿਆ। ਅਤੇ ਉਹਨਾਂ ਵਿੱਚੋਂ ਹੀ ਗੱਲ ਹੈ ਨਾ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਹੁਣ ਮੈਂ ਕਿਹੜੀ ਗੱਲ ਦਾ ਜ਼ਿਕਰ ਕਰ ਰਿਹਾ ਹੈ ਨਾ, ਉਹਨਾਂ ਵਿੱਚੋਂ ਹੀ ਗੱਲ ਇੱਕ ਇਹੋ ਜਿਹੀ ਚੱਕੀ ਗਈ ਵੀ ਜਿੱਥੇ ਤੁਹਾਡੇ ਵੱਲੋਂ ਇਹ ਸਟੇਟਮੈਂਟ ਬੋਲੀ ਗਈ ਕਿ ਖਾਨ ਦੇ ਵੱਲੋਂ ਜਿਹੜਾ ਜਾਗਰਣ ਹੈਗਾ ਅਗਰ ਉਹ ਕਰਵਾਓਗੇ ਤਾਂ ਉੱਥੇ ਬਈ ਅਸੀਂ ਨਹੀਂ ਆਵਾਂਗੇ ਜਾਂ ਕੁਛ ਵੀ ਹੈ ਨਾ। ਇਹ ਗੱਲ ਤੁਹਾਡੇ ਜ਼ਿਹਨ 'ਚ ਕਿਉਂ ਆਈ? ਮਤਲਬ ਕਿ ਜਾਂ ਜਦੋਂ ਇਸ ਚੀਜ਼ ਦਾ ਪੋਜ਼ੀਟਿਵ ਜਾਂ ਨੈਗੇਟਿਵ ਪਰਸਪੈਕਟਿਵ ਪਤਾ ਚੱਲਿਆ, ਤੁਸੀਂ ਆਪਣੇ ਵੱਲੋਂ ਜੋ ਗੱਲ ਕੀਤੀ ਸੀਗੀ ਉਹ ਗੱਲ ਕਰਕੇ ਜਦੋਂ ਆਡੀਅנס ਵੱਲੋਂ ਕਿਤੇ ਨਾ ਕਿਤੇ ਇਹ ਗੱਲ ਐਕਸੈਪਟ ਨਹੀਂ ਕੀਤੀ ਗਈ ਰਾਦਰ ਦੈਨ ਹੈ ਨਾ, ਵੀ ਉਹਨਾਂ ਨੇ ਕਿਹਾ ਵੀ ਤੁਸੀਂ ਨਹੀਂ ਬੋਲਣਾ ਚਾਹੀਦਾ ਸੀਗਾ ਜਾਂ ਕੁਛ ਵੀ, ਉਸ ਟਾਈਮ ਜਾਂ ਉਹ ਗੱਲ ਬੋਲਣ ਤੋਂ ਬਾਅਦ ਆਪਣੇ ਆਪ ਨੂੰ ਫੀਲ ਹੋਇਆ ਸੀਗਾ? ਓਨੈਸਟਲੀ ਦੱਸਿਓ ਕਿ ਯਾਰ ਕਿਤੇ ਨਾ ਕਿਤੇ ਨਹੀਂ, ਮੈਨੂੰ ਨਹੀਂ ਬੋਲਣੀ ਚਾਹੀਦੀ ਸੀ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਪਹਿਲੀ ਗੱਲ ਤਾਂ ਮੇਰੀ ਗੱਲ ਨੂੰ ਜਿਹੜੀ ਚੀਜ਼ ਮੈਂ ਕਹਿਣਾ ਚਾਹੁੰਦਾ ਸੀ ਤੇ ਜੇ ਲੋਕੀ ਸਮਝੇ, ਉਹ ਦੋਵਾਂ 'ਚ ਬੜਾ ਫਰਕ ਹੈ। ਮੈਂ ਜਦੋਂ ਕਿਹਾ ਕਿ ਮੈਂ ਮੁਸਲਮਾਨਾਂ ਦੇ ਅੱਗੇ ਜਾਂ ਪਿੱਛੇ ਨਹੀਂ ਗਾਊਂਗਾ ਜਾਂ ਉਹ ਹੋਣਗੇ ਤਾਂ ਨਹੀਂ ਗਾਊਂਗਾ, ਉਹ ਮੈਂ ਇੱਕ ਗਿਆਨਵਾਪੀ ਦੇ ਫੈਸਲੇ ਵਾਸਤੇ ਕਿਹਾ ਕਿ ਬਈ ਜਿਹੜੇ ਗਾਇਕ ਭੋਲੇਨਾਥ ਦੇ, ਉਹ ਸਿਰਫ ਮੁਸਲਮਾਨਾਂ ਲਈ ਨਹੀਂ ਹੈ, ਉਹ ਹਿੰਦੂਆਂ ਵਾਸਤੇ ਵੀ ਹੈ। ਬਈ ਜਿਹੜੇ ਗਾਇਕ ਗਿਆਨਵਾਪੀ ਭੋਲੇਨਾਥ ਦਾ ਮੰਦਿਰ ਬਣਨ ਨੂੰ ਹੋ ਰਿਹਾ ਹੈ ਤੇ ਕੋਈ ਉਹਦੇ ਵਾਸਤੇ ਬੋਲ ਹੀ ਨਹੀਂ ਸਕਦਾ, ਫਿਰ ਇੱਦਾਂ ਦੇ ਬੰਦਿਆਂ ਨਾਲ ਆਪਾਂ ਗਾ ਕੇ ਭਜਨ ਕਰਨ ਦਾ ਫਾਇਦਾ ਕੀ? ਜਿਹੜੇ ਰੱਬ ਵਾਸਤੇ, ਰੱਬ ਦੇ ਨਾਂ 'ਤੇ ਰੋਟੀ ਤਾਂ ਚਾਹੀਦੀ ਹੈ ਆਪਾਂ ਨੂੰ, ਰੱਬ ਦੇ ਨਾਂ 'ਤੇ ਪੈਸਾ ਤਾਂ ਚਾਹੀਦਾ ਹੈ, ਪਰ ਰੱਬ ਦੇ ਵਾਸਤੇ ਆਪਾਂ ਕੁਛ ਨਹੀਂ ਕਰਨਾ। ਠੀਕ ਹੈ, ਅਸੀਂ ਬੰਦੇ ਅਸੀਂ ਰੱਬ ਦੇ ਹੈਗੇ ਹਾਂ, ਪਰ ਉਹ ਗੱਲ ਨੂੰ ਤੋੜ ਮਰੋੜ ਕੇ ਉੱਦਾਂ ਦੀ ਘੁਮਾ ਦੀ ਕਿ ਬਈ ਬੰਦਾ ਕਹਿੰਦਾ ਮੈਂ ਮੁਸਲਮਾਨਾਂ ਨਾਲ, ਮੈਂ ਤਾਂ ਹਰ ਵਾਸਤੇ ਕਹਿ ਰਿਹਾ। ਜਿਹੜਾ ਬੰਦਾ ਮੰਦਿਰਾਂ ਵਾਸਤੇ ਨਹੀਂ ਬੋਲ ਸਕਦਾ, ਜਿਹੜਾ ਬੰਦਾ ਅਯੁੱਧਿਆ ਰਾਮ ਮੰਦਿਰ ਵਾਸਤੇ ਨਹੀਂ ਬੋਲ ਸਕਦਾ, ਉਹ ਰਾਮ ਦਾ ਭਜਨ ਕੀ ਕਰੂਗਾ? ਜਿਹੜਾ ਬੰਦਾ ਗਿਆਨਵਾਪੀ ਭੋਲੇਨਾਥ ਦੇ ਮੰਦਿਰ ਵਾਸਤੇ ਨਹੀਂ ਕਹਿ ਸਕਦਾ, ਉਹ ਭੋਲੇਨਾਥ ਦਾ ਭਜਨ ਕੀ ਕਰੂਗਾ? ਅਤੇ ਜੇ ਕੋਈ ਬੰਦਾ ਦਰਬਾਰ ਸਾਹਿਬ ਨੂੰ ਨਹੀਂ ਮੰਨਦਾ ਤਾਂ ਉਹ ਕਿੱਦਾਂ ਪਾਠ ਕਰ ਦੂਗਾ? ਉਹ ਪਹਿਲਾਂ ਮੰਨੂਗਾ ਨਾ ਉਹਨੂੰ, ਤਾਂ ਹੀ ਤਾਂ ਉਹਦੀ ਪਾਠ 'ਤੇ ਜਿਹੜੀ ਉਹਦੀ ਭਾਵਨਾ ਹੈ ਉਹ ਸੱਚੀ ਆਊਗੀ। ਉਹਨੂੰ ਘੁਮਾਤਾ ਵੀ ਹਿੰਦੂ ਮੁਸਲਿਮ 'ਤੇ, ਇਹ ਤਾਂ ਹਿੰਦੂ ਮੁਸਲਿਮ ਕਰਦਾ ਉਹਨੂੰ। ਇਹ ਗੱਲ ਵੀ ਤਾਂ ਹੋਈ ਕਿਉਂਕਿ ਉੱਥੇ ਤੁਸੀਂ ਟਿਪੀਕਲ ਨਾ ਖਾਨ ਦਾ ਜ਼ਿਕਰ ਕੀਤਾ, ਤੇ ਅਸੀਂ ਉਸ ਟਾਈਮ ਵੀ ਕਿਹਾ ਸੀ ਇੱਕ ਜਗਰਾਤਾ ਹੈ ਜਿਹੜਾ 9 ਵਜੇ ਸ਼ੁਰੂ ਹੁੰਦਾ ਤੇ ਸਵੇਰੇ 5 ਵਜੇ 4:30 ਵਜੇ ਖਤਮ ਹੁੰਦਾ।
ਇੱਕ ਕਲਾਕਾਰ 2 ਘੰਟੇ ਤੱਕ ਗਾਊਗਾ ਜਾਂ ਨਹੀਂ ਗਾਊਗਾ? 9 ਵਜੇ ਤੋਂ ਲੈ ਕੇ 5 ਵਜੇ ਤੱਕ 8 ਘੰਟੇ ਹੁੰਦੇ ਨੇ। 8 ਘੰਟੇ ਵਿੱਚ ਜੇ 4 ਕਲਾਕਾਰ ਉਹ ਜਾਗਰਣ 'ਚ ਬੁੱਕ ਕੀਤੇ ਨੇ, ਅਜੀਤ ਖਾਨ ਸਾਹਿਬ, ਕਮਲ ਖਾਨ ਤੇ ਮਾਸਟਰ ਸਲੀਮ, 2-2 ਘੰਟੇ ਸਾਰੇ ਗਾਉਣਗੇ। ਕਿੰਨੇ ਘੰਟੇ ਹੋ ਗਏ? 8 ਘੰਟੇ ਹੋ ਗਏ। ਤੇ ਕਦੋਂ ਜਾਗਰਣ? ਸਵੇਰੇ 5 ਵਜੇ ਖਤਮ ਹੋਇਆ। 5 ਵਜੇ ਖਤਮ ਹੋ ਗਿਆ। ਕਦੋਂ ਉਹਦੀ ਤਾਰਾ ਰਾਣੀ ਹੋਊਗੀ? ਉਹਨੂੰ 1.5 ਘੰਟਾ ਚਾਹੀਦਾ ਹੈ। 1.5 ਘੰਟਾ ਚਾਹੀਦਾ। ਤੇ ਕਦੋਂ ਉਹਦਾ ਹਵਾਨ ਹੋਊਗਾ? ਉਹਨੂੰ 1 ਘੰਟਾ ਚਾਹੀਦਾ ਹੈ। ਇਹ 2.5 ਘੰਟੇ ਕਿੱਥੇ ਗਏ? ਉਹੀ 5 ਤੋਂ ਲੈ ਕੇ 7:30 ਵਜੇ ਸਾਨੂੰ ਜਾਗਰਣ ਖਤਮ ਕਰਨਾ ਹੁੰਦਾ। 9 ਵਜੇ ਤੋਂ ਲੈ ਕੇ ਆਪਾਂ 5 ਵਜੇ ਤੱਕ, ਤੇ ਉਹ ਵੀ 9 ਦੀ 10 ਵਜੇ ਸ਼ੁਰੂ ਹੁੰਦਾ ਹੈ। ਉਹ ਕਿੱਥੇ ਗਏ? ਉਹ 2.5 ਘੰਟੇ ਕਿੱਥੇ ਗਏ? ਕੀ ਇਹ ਗੱਲ ਕਰਨੀ ਗਲਤ ਹੈ? ਕੀ ਇਹ ਗੱਲ? ਤੇ ਮੈਂ ਤਾਂ ਉਸ ਟਾਈਮ ਆਪਣੇ ਆਯੋਜਕਾਂ ਨੂੰ ਸਮਝਾਇਆ ਸੀ। ਮੈਂ ਉਸ ਟਾਈਮ ਵੀ ਮੁਸਲਮਾਨਾਂ ਨੂੰ ਨਹੀਂ ਕਿਹਾ ਸੀ, ਨਾ ਮੈਂ ਖਾਨ ਗਾਇਕਾਂ ਨੂੰ ਕਿਹਾ, ਮੈਂ ਅੱਜ ਵੀ ਨਹੀਂ ਕਹਿ ਰਿਹਾ। ਅੱਜ ਵੀ ਸਾਰੇ ਯਾਰ ਭਰਾ ਨੇ ਯਾਰ, ਕੋਈ ਹਿੰਦੂ ਮੁਸਲਿਮ ਵਾਲਾ ਲਫੜਾ ਹੀ ਕੀ ਹੈ? ਕੋਈ ਹੈ ਹੀ ਨਹੀਂ, ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਗੱਲ ਹੈ ਪੂਜਾ ਪद्धਤੀ ਦੀ। ਜੇ ਆਪਾਂ ਗੁਰਦੁਆਰੇ ਸਾਹਿਬ ਜਾਂਦੇ ਹਾਂ ਤਾਂ ਸਰ ਢੱਕੇ ਹੀ ਜਾਂਦੇ ਨਾ। ਜੇ ਸਰਦਾਰ ਬੰਦਾ ਮਸਜਿਦ ਜਾਊਗਾ ਤਾਂ ਟੋਪੀ ਲਾ ਕੇ ਜਾਊਗਾ। ਜੇ ਨਮਾਜ਼ ਪੜ੍ਹਨੀ ਹੋਗੀ ਫਿਰ ਉਹ ਪਗੜੀ ਉਤਾਰ ਦੂਗਾ? ਨਹੀਂ ਉਤਾਰੂਗਾ ਨਾ। ਕਿਉਂ ਨਹੀਂ ਉਤਾਰੂਗਾ? ਕਿਉਂਕਿ ਉਹ ਪੂਜਾ ਪद्धਤੀ ਹੈ ਉਹਦੀ, ਉਹ ਨਹੀਂ ਜਾਊਗੇ ਇੱਦਾਂ ਦੀ ਥਾਂ ਤੇ। ਆਹੀ ਗੱਲ ਮੈਂ ਕਹਿ ਰਿਹਾ। ਉਹਨੂੰ ਹੁਣ ਕਿੱਦਾਂ ਘੁਮਾ ਕੇ ਲੋਕੀ ਸਮਝ ਰਹੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਕਾਫੀ ਲੋਕੀ ਦੇ ਸਪੋਰਟ 'ਚ ਵੀ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਜਿਹੜੇ ਲੋਕੀ ਸੋਚਦੇ ਨੇ ਮੈਂ ਹਿੰਦੂ ਮੁਸਲਿਮ ਕਰ ਰਿਹਾ, ਤਾਂ ਫਿਰ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਬਈ ਆਪਾਂ ਹਿੰਦੂ ਮੁਸਲਿਮ ਨਹੀਂ ਕਰ ਰਹੇ। ਆਪਾਂ ਇਹ ਕਹਿ ਰਹੇ ਹਾਂ ਜਿਹੜਾ ਮੰਦਿਰ ਦਾ ਅਸੀਂ ਵੀ ਪੈਸੇ ਲੈਂਦੇ ਹਾਂ, ਅਸੀਂ ਮੰਦਿਰ ਰਾਮ ਦੇ ਨਾਂ ਤੋਂ ਖਾਂਦੇ ਹਾਂ, ਪਰ ਅਯੋਧਿਆ ਰਾਮ ਮੰਦਿਰ ਲਈ ਖੜੇ ਹਾਂ ਕਿ ਵੀ ਉੱਥੇ ਜ਼ਿਕਰ ਕਰਦੇ ਹਾਂ, ਉਹਦੀ ਗੱਲ ਕਰਦੇ ਹਾਂ, ਤਾਂ ਹੀ ਤਾਂ ਲੋਕੀ ਸਾਨੂੰ ਪਸੰਦ ਕਰਦੇ ਨੇ। ਇਹ ਕਿੱਦਾਂ ਦੀ ਗੱਲ ਹੈ ਕਿ ਵੀ ਆਪਾਂ ਭੋਲੇਨਾਥ ਦਾ ਨਾਮ ਤਾਂ ਲੈਣਾ ਹੈ, ਪਰ ਭੋਲੇਨਾਥ ਦਾ ਜ਼ਿਕਰ ਨਹੀਂ ਕਰਨਾ, ਕੋਈ ਉਹਦੀ ਮਹਿਮਾ ਦਾ ਗੁਣਗਾਨ ਨਹੀਂ ਕਰਨਾ, ਕੋਈ ਸ਼ਾਸਤਰਾਰਥ ਗੱਲ ਨਹੀਂ ਕਰਨੀ। ਹੁਣ ਇੱਕ ਗੱਲ ਮੇਰੇ ਸਾਹਮਣੇ ਆਈ, ਇੱਕ ਬੰਦਾ ਕਹਿੰਦਾ ਮੈਂ ਨਾਮ ਨਹੀਂ ਲਊਂਗਾ, ਕਹਿੰਦਾ ਆਪਾਂ ਥੱਲੇ ਲੜੀ ਜਾਂਦੇ ਹਾਂ, ਉੱਪਰ ਅੱਲਾ, ਵਾਹਿਗੁਰੂ, ਜੀਸਸ ਤੇ ਮਾਤਾ ਰਾਣੀ ਇੱਕ ਨਹੀਂ, ਇੱਕ ਇਕੱਠੇ ਬਹਿ ਕੇ ਰੋਟੀ ਖਾ ਰਹੇ ਨੇ। ਨਹੀਂ ਇਹਦੇ 'ਚ ਫਰਕ ਹੈ ਨਾ। ਇੱਕ ਤਾਂ ਹੈਗੇ ਸ਼ਾਸਤਰ ਕਰੀਏ ਤਾਂ ਇੱਕ ਹੈ, ਪਰ ਚਾਰੋਂ ਇਕੱਠੇ ਬਹਿ ਕੇ ਰੋਟੀ ਖਾ ਰਹੇ ਨੇ, ਕਿੱਦਾਂ ਖਾ ਸਕਦੇ ਦੱਸੋ? ਮਾਤਾ ਰਾਣੀ ਵੈਸ਼ਨੂ ਹੈ, ਤੇ ਈਦ ਦੇ ਵੇਲੇ ਬੱਕਰਾ ਖਾਇਆ ਜਾਂਦਾ ਹੈ, ਕਿੱਦਾਂ ਵੈਸ਼ਨੂ ਦੇਵੀ ਖਾ ਲੂਗੀ ਨਾਲ? ਇਹ ਸਮਝਣ ਦੀ ਗੱਲ ਹੈ, ਇਹ ਸ਼ਾਸਤਰਾਰਥ ਗੱਲ ਹੈ। ਹੁਣ ਇਹਨੂੰ ਵੀ ਲੈ ਕੇ ਜੇ ਆਪਾਂ ਕਹੀਏ ਕਿ ਵੀ ਹਿੰਦੂ ਮੁਸਲਮਾਨ ਹੋ ਗਿਆ, ਤਾਂ ਇਹ ਗੱਲ ਥੋੜੀ ਨਾ ਹੈ। ਲੋਕੀ ਕਹਿ ਰਹੇ ਨੇ ਵੀ ਇਹ ਸਾਰੇ ਇੱਕ ਨੇ। ਤੁਹਾਡੇ ਕਹਿਣ ਦਾ ਪਰਸਪੈਕਟਿਵ ਇਹ ਹੈਗਾ ਕਿ ਮੈਨੂੰ ਸਮਝਾਓ ਕਿਵੇਂ ਇੱਕ ਨੇ? ਨਹੀਂ ਇੱਕ ਨੇ, ਇਹ ਰੋਟੀ ਕਿਵੇਂ ਖਾ ਰਹੇ ਨੇ? ਉਹ ਕਹਿ ਰਹੇ ਨੇ ਵੀ ਇਕੱਠੇ ਬਹਿ ਕੇ ਰੋਟੀ ਖਾ ਰਹੇ ਨੇ, ਤੁਸੀਂ ਕਹਿ ਰਹੇ ਹੋ ਵੀ ਜੇ ਇਕੱਠੇ ਬਹਿ ਕੇ ਰੋਟੀ ਖਾ ਰਹੇ ਆ, ਮੈਨੂੰ ਕੋਈ ਦੱਸੋ ਵੀ ਕਿਵੇਂ ਖਾ ਰਹੇ? ਕਿਉਂਕਿ ਮਾਤਾ ਰਾਣੀ ਵੈਸ਼ਨੂ, ਤੁਸੀਂ ਤੁਹਾਡਾ ਜਿਹੜਾ ਪਰਸਪੈਕਟਿਵ ਹੈਗਾ, ਮੈਂ ਠੀਕ ਹੈ। ਮੈਂ ਵਿਚਾਰਧਾਰਾ ਅਗਰ ਆਪ ਜੇ ਤੁਸੀਂ ਗੱਲ ਕਰਦੇ ਹੋ ਤਾਂ ਵਿਚਾਰਧਾਰਾ ਇੱਕੋ ਹੀ ਹੈ, ਇੱਕੋ ਰੱਬ ਹੈ, ਇੱਕੋ ਓਂਕਾਰ। ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਸਭ ਬਰਾਬਰ ਨੇ, ਸਰਵੇ ਭਵੰਤੁ ਸੁਖਨਾ, ਪਰ ਇਹਨਾਂ ਦੀ ਪੂਜਾ ਪद्धਤੀ ਤਾਂ ਅਲੱਗ ਹੈ। ਮੈਂ ਗੱਲ ਕਰ ਰਿਹਾ ਪੂਜਾ ਪद्धਤੀ ਦੀ, ਉਹ ਗੱਲ ਕਰ ਰਹੇ ਨੇ ਹਿੰਦੂ ਮੁਸਲਿਮ ਪਾੜ ਪਾਉਣ ਦੀ, ਮੈਂ ਪੂਜਾ ਪद्धਤੀ ਦੀ ਗੱਲ ਕਰ ਰਿਹਾ। ਤੇ ਜੇ ਉਹ ਪੂਜਾ ਪद्धਤੀ ਦੀ ਗੱਲ ਕੋਈ ਸਮਝਣਾ ਨਹੀਂ ਚਾਹੁੰਦਾ, ਹੁਣ ਤੁਸੀਂ ਜਾਓ ਕਾਸ਼ੀ ਵਿਸ਼ਵਨਾਥ ਜਾਓ, ਹਰਿਦੁਆਰ ਜਾਓ, ਉਹਨਾਂ ਦੀ ਪੂਜਾ ਪद्धਤੀ ਹੈ। ਜੇ ਸਾਡੇ ਪੂਰਵਜ ਅਸੀਂ ਛੱਡਣ ਚਾਹੁੰਦੇ ਹਾਂ, ਉਹਦੀ ਪੂਜਾ ਪद्धਤੀ ਤੁਸੀਂ ਉਹਦੇ ਤੇ ਵੀ ਨਿਸ਼ਾਨ ਉਠਾ ਦੋਗੇ, ਫਿਰ ਕੋਈ ਨਹੀਂ, ਤਾਂ ਕੋਈ ਗੱਲ ਹੀ ਨਹੀਂ ਹੈ। ਤੁਹਾਡੇ ਕਹਿਣ ਦਾ ਮਤਲਬ ਐਵੇਂ ਹੈ ਕਿ ਅਗਰ ਕੋਈ ਹੈ ਨਾ, ਅਗਰ ਕੋਈ ਇੱਕ ਧਰਮ ਦਾ ਇਨਸਾਨ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ, ਕੋਈ ਦੂਸਰੇ ਧਰਮ ਨੂੰ ਪੂਜਣ ਜਾ ਰਿਹਾ ਹੈ, ਤਾਂ ਜੇ ਪੂਜਣਾ ਹੈਗਾ ਤਾਂ ਉਸ ਚੀਜ਼ ਦੀ ਪਹਿਲਾਂ ਮਰਿਆਦਾ ਦੇਖੋ। ਮਰਿਆਦਾ ਕੀ ਹੈ? ਤੁਸੀਂ ਤਾਂ ਪੂਜੋ, ਨਾਲੇ ਉਸੇ ਮਨ ਨਾਲ, ਉਸੇ ਤਨ ਨਾਲ ਪੂਜੋ, ਉਸੇ ਤਨ ਨਾਲ ਪੂਜੋ। ਹੁਣ ਪਾਠੀ ਸਾਹਿਬ ਨੇ ਦਰਬਾਰ ਸਾਹਿਬ 'ਚ ਗਾਇਆ ਕ੍ਰਿਸ਼ਨਾ ਤੇਰੀ ਮੁਰਲੀ ਤੇ ਪੱਲਾ ਕੌਣ ਨਹੀਂ ਨੱਚਦਾ, ਕੀ ਉਹ ਸਸਪੈਂਡ ਨਹੀਂ ਹੋਏ? ਉਹਨਾਂ ਸਸਪੈਂਡ ਕੀਤਾ ਨਾ, ਪਰ ਬਾਹਰ ਗੁਰਦੁਆਰੇ ਤੋਂ ਜਦੋਂ ਬਾਹਰ ਆਏ ਤਾਂ ਸਾਡੀ ਵਿਚਾਰਧਾਰਾ ਇੱਕ ਹੈ ਕਿ ਪ੍ਰਮਾਤਮਾ ਇੱਕ ਹੈ, ਪਰ ਉਹ ਸਿਸਟਮ ਹੈ ਦਰਬਾਰ ਸਾਹਿਬ ਦਾ, ਉਹ ਦਰਬਾਰ ਸਾਹਿਬ ਦਾ ਸਿਸਟਮ। ਜਦ ਤੱਕ ਕੋਈ ਨਹੀਂ ਬੋਲਿਆ, ਜਦ ਕਿਉਂ ਨਹੀਂ ਬੋਲੇ ਹੈ? ਇਹ ਵੀ ਤਾਂ ਪੁੱਛਣ ਵਾਲਾ ਗੱਲ ਹੈ। ਨਹੀਂ ਐਂਡ ਕਨੀਆ ਜੀ, ਕਿਤੇ ਨਾ ਕਿਤੇ ਨਾ ਇਹਨਾਂ ਚੀਜ਼ਾਂ ਦਾ ਨਾ ਅਖੀਰ ਵਿੱਚ ਜਿਹੜਾ ਇੱਕ ਕਹਿੰਦੇ ਆ ਨਾ ਵੀ ਅਖੀਰ ਵਿੱਚ ਜਿਹੜਾ ਉਹ ਫਲ ਨਿਕਲਦਾ, ਉਹ ਇਹ ਨਿਕਲਦਾ ਹੈਗਾ ਵੀ ਕਹਿੰਦੇ ਕਈ ਵਾਰੀ ਨਾ ਕਿਸੇ ਨੂੰ ਜਾਂ ਤੁਹਾਡੇ ਵੱਲੋਂ ਵੀ ਜਿਹੜੀ ਜਦੋਂ ਇਹ ਸਟੇਟਮੈਂਟ ਦਿੱਤੀ ਕਿ ਥੱਲੇ ਕਮੈਂਟਾਂ 'ਚ ਤੇ ਲੋਕਾਂ ਦਾ ਬੜਾ ਇਹ ਜ਼ਿਕਰ ਹੋਇਆ, ਕਿਉਂਕਿ ਲੋਕੀ ਅੱਜ ਦੇ ਟਾਈਮ 'ਚ ਲਾਈਵ ਹੋਣ ਨੂੰ ਮਿੰਟ ਨਹੀਂ ਲਾਉਂਦੇ, ਲਾਈਵ ਹੋ ਕੇ ਆਪਣੀ ਭਾਵਨਾ ਪੇਸ਼ ਕਰਨ ਨੂੰ ਮਿੰਟ ਨਹੀਂ ਲਾਉਂਦੇ। ਲਾਈਵ ਹੋ ਕੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸ਼ਾਇਦ ਯਾਰ ਫੇਮ ਲੈਣ ਦੇ ਬਹਾਨੇ ਕਰ ਰਹੇ ਆ, ਜਾਂ ਇਹਨਾਂ ਨੂੰ ਫੇਮ ਚਾਹੀਦਾ ਆ, ਜਾਂ ਕੁਛ ਹੈ, ਜਾਂ ਇਹਨਾਂ ਨੂੰ ਮੇਰੇ ਖਿਆਲ ਤੋਂ ਇਹਨਾਂ ਨੂੰ ਕੋਈ ਲਾਲਚ ਆ, ਪੈਸੇ ਪੱਖੋਂ ਲਾ ਲਓ ਜਾਂ ਕਿਸੇ ਪੱਖੋਂ ਲਾ ਲਓ, ਤਾਂ ਕਿ ਅਸੀਂ ਲਾਈਮਲਾਈਟ ਚਾਹੀਏ। ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੋਈ ਇੱਕ ਚੀਜ਼ ਉੱਠੀ ਤਾਂ ਸਮਝੋ ਤੁਸੀਂ ਪੋਪੂਲਰ ਹੋਏ, ਚੰਗੇ ਚੀਜ਼ ਪੱਖੋਂ ਹੋਏ, ਮਾੜੇ ਚੀਜ਼ ਪੱਖੋਂ ਹੋਏ, ਇਹ ਕਿਸੇ ਨੇ ਨਹੀਂ ਲੈਣਾ, ਤੁਸੀਂ ਪੋਪੂਲਰ ਹੋ ਗਏ। ਤੇ ਇਹਦੇ ਬਾਰੇ ਤੁਹਾਡੀ ਕੀ ਧਾਰਨਾ ਹੈਗੀ ਵੀ ਜਿਹੜੇ ਲੋਕੀ ਕਹਿੰਦੇ ਕਿ ਵੀ ਫੇਮ ਲੈਣ ਦੇ ਬਹਾਨੇ ਵੀ ਸਾਰਾ ਕੁਝ ਹੋ ਰਿਹਾ, ਇਹ ਕੀ ਹੈ? जिसकी पहचान राम के नाम से हो उसको क्या फेम चाहिए साहब? फेम की गल होंदी फिर तो मैं पंगे नहीं लेने सी, मेरा काम तो सीधा चल रहा है।
ਤੇ ਹਜੇ ਵੀ ਮੈਂ ਪੰਗਾ ਨਹੀਂ ਲਿਆ ਹੈ। ਮੈਂ ਸ਼ੁਰੂ ਤੋਂ ਸਨਾਤਨ ਦੀ ਗੱਲ ਕਰਦਾ ਆ, ਅੱਜ ਵੀ ਮੈਂ ਸ਼ਾਸਤਰਾਰਥ ਦੀ ਗੱਲ ਕਰ ਰਿਹਾ। ਕੋਈ ਸ਼ਾਸਤਰਾਰਥ ਆ ਕੇ ਗੱਲ ਦੱਸ ਦੇਵੇ ਕਿ ਇਹ ਸਹੀ ਹੈ ਕਿ ਬਈ ਜਾਗਰਣ 'ਚ 8 ਘੰਟੇ ਹੁੰਦੇ ਨੇ, 8 ਘੰਟੇ 'ਚ 8 ਦੇ 8 7 ਘੰਟੇ ਇਹਨਾਂ ਨੇ ਗਾਉਣਾ ਹੈ, ਤੇ ਫਿਰ ਹਿੰਦੂ ਨੂੰ ਕਾਹਦੇ ਵਾਸਤੇ ਜਾਗਰਣ ਕਰਾਉਣਾ? ਫਿਰ ਇਹ ਕਰ ਲੈਣ, ਪੂਰਾ ਹੀ ਕਰ ਲੈਣ। ਫਿਰ ਤਾਰਾ ਰਾਣੀ ਵੀ ਸਿੱਖਣ, ਜੇ ਭਜਨ ਸਿੱਖਦੇ ਨੇ ਫਿਰ ਤਾਰਾ ਰਾਣੀ ਵੀ ਸਿੱਖਣ ਤੇ ਆਵਾਨ ਵੀ ਸਿੱਖ ਲੈਣ। ਉਹਦੇ 'ਚ ਕੀ ਕਰਾ ਲੈਣਗੇ? ਅਸੀਂ ਹਿੰਦੂ ਇੰਨੇ ਦਲੇਰ ਸ਼ੁਰੂ ਤੋਂ ਰਹੇ ਹਾਂ, ਸਾਰੇ ਕਰਾ ਲੈਣਗੇ, ਕੀ ਦਿੱਕਤ ਹੈ? ਮੇਰੇ ਖਿਆਲ ਤੋਂ ਇਹ ਵੀ ਗੱਲ ਤੁਸੀਂ ਤਾਂ ਕੀਤੀ ਹੈ ਕਿ ਸ਼ਾਇਦ ਇਹ ਗੱਲ ਮੇਰੇ ਖਿਆਲ ਤੋਂ ਜਾਂ ਤਾਂ ਕਿਸੇ ਇਨਸਾਨ ਐਸੇ ਵੱਲੋਂ ਉੱਠੀ ਹੈ ਕਿ ਜਿਹੜਾ ਵਾਕਈ ਹੀ ਸਨਾਤਨ ਧਰਮ ਨੂੰ ਮੰਨਦਾ ਹੈ ਨਾ, ਕਿਉਂਕਿ ਤੁਸੀਂ ਇੱਕ ਭਜਨ ਵੀ ਕਰਦੇ ਹੋ, ਤੁਸੀਂ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜੇ ਮੈਂ ਕੋਈ ਚੀਜ਼ ਕਰ ਰਿਹਾ ਤਾਂ ਮੈਂ ਉਸੇ ਧਰਮ ਦੇ ਨਾਲ ਰਹਿ ਕੇ, ਉਸੇ ਧਰਮ ਦੀ ਮਰਿਆਦਾ ਦੇ ਨਾਲ ਰਹਿ ਕੇ, ਕਿਉਂਕਿ ਸਨਾਤਨ ਧਰਮ ਜਿਹੜਾ ਹੈਗਾ ਆ ਉਹ ਬੜਾ ਇੱਕ ਸਵੱਛ ਧਰਮ ਮੰਨਿਆ ਗਿਆ, ਬੜਾ ਹੀ ਸਾਫ਼ ਧਰਮ ਮੰਨਿਆ ਗਿਆ ਹੈ ਨਾ, ਸਾਫ਼ ਹਾਂ ਵੈਸ਼ਨੋ ਧਰਮ ਹੈ ਤੇ ਇਹਦੇ 'ਚ ਮਾਨ ਮਰਿਆਦਾ ਜਿੰਨੀ ਹੈਗੀ ਆ, ਇੰਨੀ ਮਾਨ ਮਰਿਆਦਾ ਕਿਤੇ ਵੀ ਨਹੀਂ ਹੈਗੀ ਆ। ਸਾਨੂੰ ਅੱਜ ਸਮਝਣ ਦੀ ਲੋੜ ਹੈ। ਮੈਂ ਫੇਰ ਕਹਿ ਰਿਹਾ, ਕੋਈ ਮੰਨੇ ਨਾ ਮੰਨੇ, ਅੱਜ ਤੋਂ 20 ਸਾਲਾਂ ਪਹਿਲਾਂ ਭਜਨ ਆਇਆ, माँ मुरादे पूरी कर दे हलवा बांटूंगी, बच्चे बच्चे ने सुना। उसके अंतरे में एक लाइन थी, संतों महंतों को बुला के घर में कराऊं जगराता, सुनती हो सबकी फरियादें, मेरी भी सुन लोगी माता। तो तब भी जिक्र किया गया संतों महंतों। तो वैष्णो देवी में क्यों नहीं बुलाते सबको? अगर इतना अच्छा गाते हैं, इतना माता का गुणगान करते हैं, तो वैष्णो देवी दरबार क्यों नहीं बुलाता? वहां क्यों नहीं देखा गया? पद्धति है ना, वो समझते हैं इस बात को। ये कोई बैर नहीं है, या कोई जेलसी नहीं है, या कोई टॉन्टिंग नहीं है। सलीम साहब हो गए, जी खान साहब हो गए, सब भजन कर रहे हैं, कुछ भी कर रहे हैं, गाना गा रहे हैं, कुछ भी गा रहे हैं। एक रात पहले आप गा रहे हो कि पैग मोटे मोटे ला के नहीं तेरे नाल नचन नूं जी करदा है, अगले दिन कहंदे हो गले च पटका पा के नहीं मां तेरे नाल नचन नूं जी करदा है। कित्थे गई मर्यादा? कोई समझावे तां सही। ਉਹੀ ਬੰਦੇ ਨੂੰ ਪਹਿਲੀ ਰਾਤ ਤੁਸੀਂ ਸੁਣ ਰਹੇ ਹੋ ਉਹ ਗਾ ਰਿਹਾ ਹੈ, ਅਗਲੇ ਦਿਨ ਉਹ ਗਾ ਰਿਹਾ। ਆਪਾਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਹੈ? ਇਹਦੇ ਕੋਈ ਜਵਾਬ ਹੈ ਕਿਸੇ ਕੋਲ? ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਨਈਆ ਜੀ ਇਹ ਕਿਤੇ ਜਿਹੜੇ ਲੋਕਾਂ ਦਾ ਵੀ ਕਸੂਰ ਹੈਗਾ ਕਿ ਸ਼ਾਇਦ ਕਈ ਲੋਕ ਇੱਥੇ ਆਪਣੇ ਸਮਾਜ 'ਚ ਐਦਾਂ ਦੇ ਵੀ ਹੈਗੇ ਨੇ, ਕਿਉਂਕਿ ਦੇਖੋ ਜੇ ਕਸੂਰਵਾਰ ਹੁੰਦਾ ਨਾ ਤਾਂ ਮੇਰੇ ਖਿਆਲ ਤੋਂ ਕੋਈ ਇੱਕ ਪਰਸਨ ਨਹੀਂ ਹੁੰਦਾ ਹੈਗਾ। ਇਹ ਮੇਰੇ ਖਿਆਲ ਤੋਂ ਮੈਂ ਕਿਸੇ ਕਲਾਕਾਰ ਤੇ ਟਿੱਪਣੀ ਨਹੀਂ ਕਰ ਰਿਹਾ, ਉਹਦਾ ਕੰਮ ਹੈ। ਉਹ ਜੇ ਉਹ ਗਾ ਰਿਹਾ ਮੋਟੇ ਮੋਟੇ ਪੈਗ ਪੀ ਕੇ ਨੱਚਣ ਨੂੰ ਕਰਦਾ ਪਰਦਾ ਜੋ ਵੀ ਕਰਦਾ, ਮੈਂ ਤਾਂ ਉਹਦਾ ਕੰਮ ਹੈ ਭਾਜੀ। ਉਹਨੇ ਗਾਣੇ ਬਣਾਉਣੇ ਨੇ, ਕਮਰਸ਼ੀਅਲ ਬੰਦਾ ਹੈ, ਗਾਣੇ ਬਣਾਉਣੇ ਨੇ। ਪਰ ਹੁਣ ਇਹ ਵੀ ਤਾਂ ਦੇਖੀਏ ਨਾ ਆਪਾਂ ਕਿ ਉਹੀ ਬੰਦਾ ਅਗਲੇ ਦਿਨ ਉਹ ਦਰਬਾਰ ਤੇ ਖੜਾ ਬੱਚਿਆਂ ਨੂੰ ਕਹਿ ਰਿਹਾ। ਹੁਣ ਬੱਚੇ ਸਰਚ ਕਰਨਗੇ ਜੀ ਖਾਨ ਤੇ ਭਜਨ ਸਰਚ ਕਰਨਗੇ, ਪਹਿਲਾਂ ਕੀ ਆਊਗਾ? ਪੈਗ ਮੋਟੇ ਮੋਟੇ ਆਉਂਗੇ, ਫਿਰ ਉਹ ਭਜਨ ਸੁਣਨ ਜਾਊਗਾ ਕਿ ਪਹਿਲਾਂ ਪੈਗ ਮੋਟੇ ਮੋਟੇ ਲਾਉਣ ਜਾਊਗਾ? ਸਰਚਿੰਗ ਹੈ, ਸਰਚਿੰਗ ਤੁਸੀਂ ਇਹਦੇ ਕੋਈ ਜਵਾਬ ਹੋਵੇ ਨਾ, ਇਹਦਾ ਕੋਈ ਜਵਾਬ ਹੋ। ਤਾਂ ਗੱਲ ਇਹੀ ਹੈ ਕਿ ਬਈ ਥੀਮ ਬੇਸਡ ਹਰ ਕੰਮ ਹੈ, ਹਰ ਕੰਮ ਥੀਮ ਬੇਸਡ ਹੈ। ਜੇ ਅੰਗਰੇਜ਼ੀ 'ਚ ਸਮਝਾਈਏ, ਪद्धति ਪੂਜਾ ਪੱਤੀ ਜਿਹਨੂੰ ਕਹਿੰਦੇ ਹਾਂ ਅਸੀਂ, ਹਰ ਚੀਜ਼ ਥੀਮ ਬੇਸਡ ਹੈ। ਆਪਾਂ ਉਹਨੂੰ ਸਮਝੀਏ, ਉਹਨੂੰ ਦੇਖ ਕੇ ਕਰੀਏ। अब गणेश उत्सव हुआ लुधियाना में, वहाँ गा दिया चोली के पीछे क्या है, व्हाट इज दिस हैपनिंग इन दिस? मतलब हिंदुओं का ही जो कार्यक्रम है वो ही पहले बोल दो फिर सॉरी मांग लो है। और इसमें अगर हिंदू भी जे ਉਹਨਾਂ ਦੇ ਨਾਲ ਨੇ, ਉਹਨਾਂ ਦੀ ਮਾਨਸਿਕਤਾ ਭਾਜੀ ਆਪਾਂ ਕੋਈ ਗਲਤ ਥੋੜਾ ਕਹਿ ਸਕਦੇ ਹਾਂ ਕਿਸੇ ਨੂੰ। ਪਰ ਮੇਰੀ ਗੱਲ ਇੰਨੀ ਹੈ, ਮੈਂ ਆਪਣੀ ਗੱਲ ਤੇ ਅਟਿਕ ਹੈਗਾ ਕਿ ਮੈਂ ਪੂਜਾ ਪद्धति ਗੱਲ ਕਰਨ ਲੱਗ ਗਿਆ। ਮੈਂ ਕਿਸੇ ਤੋਂ ਕੋਈ ਵੀ ਗੱਲ ਦੀ ਗਲਤ ਗੱਲ ਨਹੀਂ ਕਰ ਰਿਹਾ। ਮੈਂ ਜੇ ਮੈਂ ਗਲਤ ਗੱਲ ਕਰ ਰਿਹਾ, ਲੋਕੀ ਅੱਜ ਨਹੀਂ ਕੱਲ੍ਹ ਸਮਝਣਗੇ। ਭਗਤ ਸਿੰਘ ਨੂੰ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀ ਚੜਿਆ ਸੀ ਉਹ, ਹਾਂ ਉਹ ਗਲਤ ਸੀਗਾ ਦੇਸ਼ ਵਾਸਤੇ? ਨਹੀਂ ਸੀ ਨਾ। ਪਰ ਕਨਈਆ ਜੀ ਇੱਕ ਚੀਜ਼ ਨਾ ਜਿਹੜੀ ਕਿ ਮੇਰੀ ਸਮਝ 'ਚ ਨਹੀਂ ਆਈ, ਇਹ ਤੁਸੀਂ ਮੈਨੂੰ ਸਮਝਾਇਓ ਜੇ ਕਿਤੇ ਮੈਂ ਗਲਤ ਹੋਵਾਂ। ਤੁਸੀਂ ਯੁਵਾ ਹੋ, ਤੁਸੀਂ ਸਮਝੋਗੇ ਤੇ ਮੈਨੂੰ ਚੰਗਾ ਲੱਗੂਗਾ ਜੇ ਤੁਸੀਂ ਸਵਾਲ ਕਰਕੇ ਐਵੇਂ ਕਿ ਚਲੋ ਜੇ ਆਪਾਂ ਬੈਠੇ ਆ ਤਾਂ ਦਿਲ ਦੀਆਂ ਸਾਰੀਆਂ ਗੱਲਾਂ ਨਾ ਆਪਣੇ ਕੋਲ ਕਿਹੜੀ ਕਿਤਾਬ ਹੈ ਜਿਹੜੀ ਆਪਾਂ ਪੜ੍ਹ ਕੇ ਹਾਂ। ਤੇ ਕਨਈਆ ਜੀ ਕੁਛ ਟਾਈਮ ਬਾਅਦ ਪਹਿਲਾਂ ਤੁਹਾਡਾ ਲਾਈਵ ਵੀ ਆਇਆ ਸੀਗਾ ਮਾਸਟਰ ਸਲੀਮ ਜੀ ਦੇ ਨਾਲ, ਹੈ ਨਾ? ਤੁਸੀਂ ਲਾਈਵ 'ਚ ਗੱਲ ਇਹ ਕਹੀ, ਮੈਂ ਇੱਕ ਸੈਕਿੰਡ ਪੜ੍ਹਨਾ ਚਾਹੂੰਗਾ, ਮੈਂ ਤੁਹਾਨੂੰ ਇੱਕ ਸੁਣਾਉਣਾ ਚਾਹੂੰਗਾ ਜਿਹੜੀ ਤੁਸੀਂ ਲਾਈਵ 'ਚ ਗੱਲ ਕਹੀ। ਤੁਸੀਂ ਲਾਈਵ 'ਚ ਗੱਲ कही कि कट्टर हिंदू का मतलब ये नहीं होता कि उल्टा सीधा बोलो। कट्टर हिंदू का मतलब ये होता है कि सब धर्मों का सम्मान करो और अपने देश की सुरक्षा करो। पूरे देश में पहला ये देश है जहां पर हिंदू, मुस्लिम, सिख, ईसाई सब मिलकर रहते हैं।
सब बराबर हैं, कोई फर्क नहीं है ना। पर ਇਹਨਾਂ ਦੇ ਇਲਾਵਾ ਜੋ ਤੁਹਾਡਾ ਮੇਨ ਏਜੰਡਾ ਸੀਗਾ, ਜੋ ਤੁਸੀਂ ਮੇਨ ਆਪਣੀ ਗੱਲ ਰੱਖਣੀ ਚਾਹੀ ਉਸ ਵੇਲੇ ਇਹ ਗੱਲ ਕਰਨੀ ਚਾਹੀ ਵੀ ਖਾਨ ਜਿਹੜੇ ਹੈਗੇ ਨੇ, ਤੁਸੀਂ ਇਹ ਵੀ ਗੱਲ ਕਹੀ ਸੀ ਕਿ ਮੈਂ ਇਹ ਵੀ ਚੀਜ਼ ਕਹੂੰਗਾ ਆਪਣੀ ਪੁਜਾਰੀ ਜੀ ਨੂੰ ਕਿ ਜਦੋਂ ਉਹ ਇੱਥੇ ਜੋਤ ਵੀ ਨਾ ਜਗੇ, ਤੁਸੀਂ ਆਪਣੇ ਜਾਗਰਣ 'ਚ ਇਹ ਗੱਲ ਲਾਈਵ ਕਹੀ ਸੀਗੀ। वो ना करें। हाँ ना करें। हाँ, अब देखो आप, अभी एक मेरे पास मैं आपको वीडियो दिखाता हूँ, उसमें कहा जा रहा है कि चिंतपूर्णी माता के दरबार में मैं गया और वहाँ चिंतपूर्णी माता का पुजारी, मेन पुजारी, ये पूछता है कि माता तो ठीक है चिंतपूर्णी, मेरे बापू दा हाल दस की है। तो उससे सामने वाला कलाकार पूछता है बापू कौन? कह जी लाल बादशाह। वी आर कंपेयरिंग भोलेनाथ विद बापू लाल बादशाह जी। बापू लाल बादशाह जी को मानने वाले लोग होंगे, हर कोई है, कहीं ना कहीं हम भी श्रद्धा रखते हैं, लेकिन इसका मतलब ये थोड़ी ना कि हम चिंतपूर्णी की पिंडी के बगल में बापू लाल बादशाह जी की तस्वीर रख देंगे। तो यही तो बात मैं समझा रहा हूँ कि हर चीज़ का अपना एक दायरा है, अपना एक स्टाइल है, अपनी एक थीम है। मैं थोड़ा सा कंफ्यूज हूँ, आपने सवाल जो मुझे किया बड़ा कंफ्यूजिंग सा था, क्योंकि मैंने जो स्टेटमेंट दी है, जो मैंने बोला है कि भारत के अंदर हिंदू मुस्लिम सिख ईसाई, मैंने गाना में ही लिखा कि भारत को भारत रहने दो, भारत को भारत कहने दो, हिंदू मुस्लिम सिख ईसाई सबने ये सहमति जताई, हमको भारत में रहने दो, भारत को भारत रहने दो। जब मैं ये बात कर रहा हूँ तो मैं कैसे हिंदू मुस्लिम की बात कर सकता हूँ? मैं बात कर रहा हूँ पूजा पद्धति की साहब, पहले भी कर रहा था, अब भी कर रहा हूँ, आगे भी करता रहूँगा। और पूजा पद्धति जो मैंने बोली कि ब्राह्मणों को पूजा नहीं करानी चाहिए उस जगह पर, तो वहाँ पर भी तो क्या जरूरत पड़ी है फिर ब्राह्मणों की पूजा करने की? जब एक बताओ, जब हम सब एक हैं, माता रानी खुश हो रही है, फिर पूजा की जरूरत क्या है?